हेलो एवरीवन, वेलकम यू ऑल इन योर ओन चैनल लर्न एवरीथिंग। सो ਅਸੀਂ ਕਰ ਰਹੇ ਸੀ परमुटेशन एंड कंबीनेशन एंड ਹੁਣ ਜਿਹੜਾ ਟੌਪਿਕ ਕਰਨ ਲੱਗੇ परमुटेशन कंबीनेशन ਦਾ दैट इज ऑन नंबर ऑफ डिजिट्स ਤੇ ਸਮ ਆ ਜਾਂਦਾ। ਠੀਕ ਹੈ, ਸੋ ਉਹਨਾਂ ਨੂੰ ਕਿੱਦਾਂ ਕਰਦੇ ਆ, ਲੈਟਸ ਸੀ ਹਾਊ ਮੈਨੀ ਨੰਬਰਸ ਆਫ 3 डिजिट ਨੰਬਰ ਕੈਨ ਬੀ ਫਾਰਮਡ with 0 1 2 3 4 5 up to so 9। फर्स्ट केस रेपिटेशन इज अलाउड, सेकंड केस रेपिटेशन इज नॉट अलाउड। ਇਹ ਸਮਸ ਦੇ ਵਿੱਚ ਇੱਕ ਤਰੀਕਾ ਆ ਜਿਹੜਾ ਜੇ ਸਮਝ ਲੂਗੇ ਸਾਰੇ ਸਮ ਬਹੁਤ ਈਜ਼ੀਲੀ ਹੋ ਜਾਣਗੇ। ਓਨਲੀ ਵਨ ਵੇ, ਆਰਾਮ ਨਾਲ ਹੋ ਜਾਣਗੇ। ਬਸ ਉਸ ਤਰੀਕੇ ਨੂੰ ਚੰਗੀ ਤਰ੍ਹਾਂ ਸਮਝ ਲਓ ਕਿੱਦਾਂ ਹੁੰਦੇ। ਉਹ ਕਹਿ ਰਿਹਾ ਕਿ 3 ਡਿਜਿਟ ਦਾ ਕੋਈ ਨੰਬਰ ਬਣਾਣਾ, ਧਿਆਨ ਨਾਲ ਸੁਣਿਓ। 3 ਡਿਜਿਟ ਦਾ ਮੈਂ ਕੋਈ ਨੰਬਰ ਬਣਾਣਾ, ਕਿਹੜੇ ਕਿਹੜੇ ਯੂਜ਼ ਕਰਨੇ ਆ, 0 1 2 अप टू सो 9 तक मैं कोई भी वर्ड यूज कोई भी डिजिट यूज करके मैं 3 डिजिट का कोई नंबर बनाना। ठीक है, किन्ने नंबर ऑफ वेज आ नंबर बनाना। हुण इत्थे देखो 0 तो 9 तक किन्ने टोटल हो गए, 10 हो गए। 0 ਨੂੰ 1 ਤੋਂ 9 ਹੋ गए। 0 ਨੂੰ काउंट कर लिया, टोटल 10 डिजिट है मेरे को। ਇੱਥੇ ਕੀ ਆ ਸਕਦਾ, 0 आ सकता। कोई 3 डिजिट का नंबर, कोई नंबर 0 ਤੋਂ ਸ਼ੁਰੂ ਹੁੰਦਾ नहीं ਹੁੰਦਾ। कोई भी नंबर 0 तो नहीं शुरू होता ना, दैट मीन्स इत्थे 0 नहीं आ सकती। 0 तो इलावा तो 1 2 3 अप टू 9 तक कुछ भी आ सकता ना। यानी कि इत्थे किन्ने तरीके है किसी नंबर ਨੂੰ ਬਿਠਾਉਣ ਦੇ, 9। ਇਹ ਮੈਂ केस कर रही हूं रेपिटेशन इज अलाउड। व्हाट इज द मीनिंग ऑफ रेपिटेशन इज अलाउड? रेपिटेशन इज अलाउड, कोई नंबर रिपीट कर सकता। 999 रिपीट होके एक नंबर बन गया 999। 111 ਉਹ ਵੀ ਇੱਕ ਨੰਬਰ ਬਣ ਗਿਆ। दैट मीन्स कि रेपिटेशन अलाउड है। जिस ਤੁਸੀਂ ਕੋਈ ਨੰਬਰ ਇੱਥੇ ਬਿਠਾ ਦਿੱਤਾ ਉਹਨੂੰ ਅੱਗੇ ਫਿਰ ਬਿਠਾ ਸਕਦੇ। ठीक है, सो इतने किन्ने तरीके से 0 ਨੂੰ नहीं मैं इतने बिठा सकती। इस करके 0 तो इलावा किन्ने में एक डिजिट बच गए, 9 डिजिट बच गए ना। दैट मीन्स 9 वेज नाल मैं इतने कोई डिजिट ਨੂੰ बिठा सकती हूँ। क्लियर, नेक्स्ट टर्न। ਹੁਣ ਇੱਥੇ ਦੇਖੋ मैं 0 ਨੂੰ ਬਿਠਾ ਸਕਦੀ ਆ ਨਾ। ਕੋਈ ਨੰਬਰ 901 ਹੋ ਹੀ ਸਕਦਾ 3 डिजिट ਦਾ। दैट मीन्स ਇੱਥੇ 0 ਵੀ ਬੈਠ ਸਕਦੀ ਆ, ਰੈਪੀਟੀਸ਼ਨ ਅਲਾਉਡ ਹੈ। 9 ਵੀ ਬੈਠ ਸਕਦਾ, ਕੋਈ ਵੀ ਨੰਬਰ ਬੈਠ ਸਕਦਾ 10 ਚੋਂ। ਸੋ ਇੱਥੇ ਕਿੰਨੇ ਤਰੀਕੇ ਪੋਸੀਬਲ ਆ, 10 ਵੇਜ਼ ਪੋਸੀਬਲ ਆ। ਇੱਥੇ ਕਿੰਨੇ ਪੋਸੀਬਲ, ਇੱਥੇ 0 ਆ ਸਕਦੀ, 0 1 2 ਅਪ ਟੂ 1 ਕੋਈ ਵੀ ਆ ਸਕਦਾ। ਸੋ ਇੱਥੇ ਵੀ 10 ਵੇਜ਼ ਪੋਸੀਬਲ ਆ। दैट मीन्स 900 ਨੰਬਰ ਆਫ ਵੇਜ਼ ਆ 3 डिजिट ਨੰਬਰ ਬਣਾਉਣ ਦੇ ਇਹ डिजिट ਨੂੰ ਯੂਜ਼ ਕਰ। ਕਲੀਅਰ ਹੋ ਰਹੀ ਗੱਲ ਕਿ ਇੱਥੇ 0 ਨਹੀਂ ਆ ਸਕਦੀ ਸੀ, ਇਸ ਲਈ ਮੈਂ 0 ਤੋਂ ਛੱਡ ਕੇ 9 ਤੱਕ ਕਿਸੇ ਵੀ ਵਰਡ ਨੂੰ ਬਿਠਾ ਸਕਦੀ ਸੀ। ਇੱਥੇ ਤਾਂ ਮੈਂ 0 ਨੂੰ ਵੀ ਬਿਠਾ ਸਕਦੀ ਹਾਂ, ਰੈਪੀਟੀਸ਼ਨ ਵੀ ਅਲਾਉਡ ਆ। ਕੋਈ ਨੰਬਰ ਰਿਪੀਟ ਕਰ ਸਕਦੇ, 10 ਤੇ 10 ਹੀ ਬੈਠ ਸਕਦੇ। ਇੱਥੇ ਵੀ ਐਂਡ ਤੇ ਵੀ 0 ਆ ਸਕਦੀ ਹੈ ਨਾ। 900 ਹੀ ਇੱਕ 3 डिजिट नंबर। क्लियर, सो दूसरा कर दिया मैं रेपिटेशन इज नॉट अलाउड। ठीक है, जस्ट टेक स्क्रीनशॉट, उसके बाद हम सेट कर। नेक्स्ट इज द रेपिटेशन इज नॉट अलाउड। रेपिटेशन अलाउड नहीं है, ध्यान ना समझो इस चीज को। रेपिटेशन अलाउड नहीं है, नहीं अलाउड है। फिर भी इतने 0 तो नहीं ना आ सकता, कोई नंबर 0 तो स्टार्ट हो ही नहीं सकता। दैट मीन्स इतने तो 9 वेज ही है ना किसी नंबर बिठा दे। 1 आ सकता, 2 आ सकता, 3 4 अप टू सो कुछ भी आ सकता, बट 0 नहीं आ सकता। यानी कि 9 ही सिर्फ आ सकते। रेपिटेशन इज नॉट अलाउड, तो रेपिटेशन अलाउड नहीं हैगी। बट इतने 0 तो आ सकता ना, 0 आ सकता, बट जो नंबर इतने बैठ गया वो तो नहीं आ सकता। 0 तो लेके 9 तक किन्ने साडे कोल डिजिट है, 10 डिजिट है टोटल। 10 ਦੇ ਵਿੱਚੋਂ ਇੱਕ ਇੱਥੇ ਬਹਿ ਗਿਆ, ਇੱਥੇ ਕਿੰਨੇ ਆ ਸਕਦੇ, 9 ਆ ਸਕਦੇ ਨਾ 9। ਸਿਰਫ ਜਿਹੜਾ ਨੰਬਰ ਇੱਥੇ ਬਹਿ ਗਿਆ ਉਹ ਨਹੀਂ ਆਗਾ, ਬਾਕੀ ਤਾਂ 0 ਤੋਂ ਲੈ ਕੇ ਕੋਈ ਵੀ ਆ ਸਕਦੇ। 0 ਨੂੰ ਜਦੋਂ ਮੈਂ ਕਾਊਂਟ ਕਰਾਂਗੀ, ਜੇ ਚਲੋ ਤੁਸੀਂ ਇੱਥੇ ਕਹਿੰਦੇ ਵੀ ਹਾਂ 9 ਆ ਗਏ, ਉਹਨੇ ਇੱਥੇ 8 ਆਣਾ, ਬਟ ਇੱਥੇ ਮੈਂ 0 ਨਹੀਂ ਕਾਊਂਟ ਕੀਤਾ ਸੀ, 0 ਤਾਂ ਆ ਸਕਦਾ ਨਾ, ਆ ਸਕਦਾ। ਕਲੀਅਰ, ਇੱਥੇ 0 ਨਹੀਂ ਆ ਸਕਦਾ ਸੀਗਾ, ਇਸ ਲਈ ਕਿੰਨੇ ਬਚੇ 9। ਇੱਥੇ 0 ਤਾਂ ਆ ਸਕਦਾ ਨਾ, ਬਟ ਜਿਹੜਾ ਨੰਬਰ ਇੱਥੇ ਬਹਿ ਗਿਆ ਉਹ ਨਹੀਂ ਆ ਸਕਦਾ, ਇਸ ਲਈ ਕਿੰਨੇ ਵੇਜ਼ ਰਹਿ ਗਏ 9। ਹੁਣ ਇੱਥੇ ਰੈਪੀਟੀਸ਼ਨ ਅਲਾਉਡ ਨਹੀਂ ਹੈ, ਕੋਈ ਨੰਬਰ ਰਿਪੀਟ ਨਹੀਂ ਹੋਣਾ। ਜਿਹੜਾ ਇੱਥੇ ਬੈਠ ਗਿਆ ਉਹ ਵੀ ਨਹੀਂ ਆ ਸਕਦਾ, ਇੱਥੇ ਜਿਹੜਾ ਇੱਥੇ ਬੈਠ ਗਿਆ ਉਹ ਵੀ ਨਹੀਂ ਆ ਸਕਦਾ। ਇੱਥੇ ਕਿੰਨੇ ਆ ਸਕਦੇ, ਇੱਥੇ 8, ਕਿਉਂਕਿ ਇੱਥੇ 0 ਤਾਂ ਕਾਊਂਟ ਹੋਣੀ ਨਾ। ਜਦੋਂ 0 ਕਾਊਂਟ ਦੇਖੋ, ਜਦੋਂ ਵੀ 0 ਕਾਊਂਟ ਕਰਨੀ ਨਾ, ਸਿੱਧੀ ਜਿਹੀ ਗੱਲ ਦੱਸਾਂ, ਟੋਟਲ 10 ਦੇ 10 ਚੋਂ ਤੁਸੀਂ ਗੱਲ ਦੇਖਿਓ। ਠੀਕ ਹੈ, ਬਟ 0 ਤੁਸੀਂ ਨਹੀਂ ਕਾਊਂਟ ਕਰਨਾ। ਠੀਕ ਹੈ, ਜਦੋਂ ਪਰ ਮੈਨੂੰ ਪਤਾ ਇੱਥੇ 0 ਨਹੀਂ ਆਣੀ ਹੈਗੀ, ਫਿਰ ਮੈਂ ਕਿੰਨੇ ਦੇਖਾਂਗੀ 9। ਜਦੋਂ ਤਾਂ 0 ਆਣੀ ਹੈ 10 ਦੇ 10 ਦੇਖੋ, 10 ਦੇ 10 ਚ ਦੇਖੋ, ਇੱਥੇ 0 ਆ ਸਕਦੀ ਨਾ। ਮੈਂ 10 ਦੇ 10 ਦੇਖੇ ਕਿ ਪਿੱਛੇ 2 ਨੰਬਰ ਬਹਿ ਗਏ, 10 ਚੋਂ 2 ਮਾਈਨਸ ਕੀਤੇ 8। ਇੱਥੇ 0 ਆ ਸਕਦੀ ਸੀ, ਮੈਂ ਦੇਖਿਆ 10 ਦੇ 10 ਚੋਂ ਇੱਕ ਨੰਬਰ ਬਹਿ ਗਿਆ, ਕਿੰਨੇ ਆ ਸਕਦੇ 9। ਪਰ ਇੱਥੇ 0 ਨਹੀਂ ਆ ਸਕਦੀ, ਕਿੰਨੇ ਬਚੇ 9। ਸੋ ਦਿਸ ਇਜ਼ ਦਾ ਵੇ ਹਾਊ ਟੂ ਡੂ ਦਿਸ।
सो 648 केस हो गए. क्लियर. रेपिटेशन इज अलाउड, हियर रेपिटेशन इज नॉट अलाउड. ये फर्स्ट दा है. ये लेट्स टेक स्क्रीनशॉट देन अगेन. ओके, ये समझ नु बहुत क्लैरिटी नाल समझियो, आराम नाल फिर हो जांदे ने सम. ठीक है. हाउ मैनी नंबर्स कैन बी फॉर्म्ड बिटवीन 500 to 1000 ਦੇ ਵਿੱਚ ਕਿੰਨੇ ਨੰਬਰ ਬਣੇ ਜਾ ਸਕਦੇ ਆ ਵਿਦ 0 ਤੇ 9. ਮਤਲਬ ਯੂਜ਼ ਕਿਹਦਾ ਅਗੇਨ ਕਰਨਾ 0 1 2 ਅਪ ਟੂ 3 ਅਪ ਟੂ 9 ਤੱਕ ਦਾ ਯੂਜ਼ ਕਰਨਾ ਇਫ ਦ ਰੈਪੀਟੇਸ਼ਨ ਇਜ਼ ਨਾਟ ਅਲਾਉਡ. ਦੇਖੋ ਗਿਵਨ ਹੋਏਗਾ ਪੇਪਰ 'ਚ ਵੀ ਕਿ ਰੈਪੀਟੇਸ਼ਨ ਅਲਾਉਡ ਹੈ ਕਿ ਨਹੀਂ. ਕਲੀਅਰ ਕਰਦੇ ਆ. ਅੱਛਾ 500 ਤੋਂ 1000 ਦੇ ਵਿਚਕਾਰ ਪਹਿਲਾ ਨੰਬਰ ਹੀ ਕਿਹੜਾ ਹੋਏਗਾ 501 ਤੇ ਇਸ ਤੋਂ ਪਿੱਛੇ ਕਿਹੜਾ ਹੋਗਾ 990. ਸੋ ਉਸ ਤੋਂ ਬਾਅਦ ਜੇ ਦੇਖਿਆ ਜਾਵੇ 500 ਤੋਂ ਲੈ ਕੇ ਅਪ ਟੂ 600 ਫਿਰ 601 ਆਏਗਾ, ਫਿਰ 700 701 ਆਏਗਾ, 801 901. ਸੋ ਇਦਾਂ ਹੀ ਆਣਗੇ ਨੰਬਰ. 500 ਵਾਲੀ ਸੀਰੀਜ਼ ਆਏਗੀ, 600 ਵਾਲੀ, 700 ਵਾਲੀ, 9. ਠੀਕ ਹੈ. 8 9 ਇਦਾਂ ਆਏਗੀ. ਹੁਣ ਬਣਾਉਣਾ ਕੀ ਹੈ, ਮੈਂ ਇੱਥੋਂ ਇੰਨੀ ਗੱਲ ਤਾਂ ਕਲੀਅਰ ਹੋ ਜਾਂਦੀ ਹੈ ਨਾ. ਇਹਦੇ ਵਿੱਚ ਜਿੰਨੇ ਮਰਜ਼ੀ ਨੰਬਰ ਹੋਣ ਸਾਰੇ ਹੋਣਗੇ ਕੀ 3 ਡਿਜਿਟ ਦੇ ਨੰਬਰ, 3 ਡਿਜਿਟ ਦੇ ਹੋਣਗੇ ਨਾ. ਬਟ ਇੱਥੇ ਕੀ ਆ ਸਕਦਾ 0 1 2 ਸੋ ਅਪ ਟੂ 9 ਦੇ ਵਿੱਚ ਕੀ ਆ ਸਕਦਾ. ਧਿਆਨ ਨਾਲ ਦੇਖੋ, ਜਾਂ 5 ਆ ਸਕਦਾ, ਜਾਂ 6 ਜਾਂ 7 ਜਾਂ 8 ਜਾਂ 9. ਕਿਉਂ? ਕਿਉਂਕਿ ਹੁਣ ਮੈਨੂੰ ਕੀ ਕਿਹਾ 500 ਤੋਂ 1000 ਦੇ ਵਿੱਚ ਦੇਖਣਾ ਤੇ ਜਿਹੜਾ ਵੀ ਨੰਬਰ ਸ਼ੁਰੂ ਹੋਏਗਾ ਜਾਂ ਤਾਂ 5 ਤੋਂ ਸ਼ੁਰੂ ਹੋਏਗਾ, ਜਾਂ 6 ਤੋਂ, ਜਾਂ 7 ਤੋਂ, ਜਾਂ 8 ਤੋਂ, ਜਾਂ 9 ਤੋਂ. ਓਕੇ, ਦੈਟ ਮੀਨਸ ਇਹਨਾਂ ਚੋਂ ਕੋਈ ਵੀ ਆ ਸਕਦਾ. 1 2 3 4 5 ਯਾਨੀ 5 ਵੇਜ਼ ਆ. 5 ਸਾਡੇ ਕੋਲ ਵੇਜ਼ ਹੈਗੇ ਇੱਥੇ ਬਿਠਾਉਣ ਦੇ ਕਿਸੇ ਨੰਬਰ ਨੂੰ. ਹੁਣ ਇੱਥੇ ਦੇਖੋ, ਇੱਥੇ ਤਾਂ ਕੋਈ ਵੀ ਆ ਸਕਦਾ ਨਾ. 0 ਵੀ ਆ ਸਕਦਾ, 1 ਵੀ ਆ ਸਕਦਾ, 2 ਵੀ ਆ ਸਕਦਾ, 3 ਵੀ ਆ ਸਕਦਾ, ਸਾਰੇ ਆ ਸਕਦੇ. ਇਹ 10 ਚੋਂ ਕੋਈ ਵੀ ਆ ਸਕਦਾ ਨਾ. ਬਟ ਰੈਪੀਟੇਸ਼ਨ ਇਜ਼ ਨਾਟ ਅਲਾਉਡ. ਜਿਹੜਾ ਇੱਥੇ ਬਹਿ ਗਿਆ ਉਹ ਨਹੀਂ. ਕਲੀਅਰ. ਯਾਨੀ 10 ਚੋਂ ਕੋਈ ਵੀ ਨੰਬਰ ਆ ਸਕਦਾ ਹੀ, ਬਸ ਜਿਹੜਾ ਇੱਥੇ ਬਹਿ ਗਿਆ ਉਹ ਨਹੀਂ ਆਣਾ. ਦੈਟ ਮੀਨਸ ਮੇਰੇ ਕੋਲ ਕਿੰਨੇ ਤਰੀਕੇ ਆ 9 ਵੇਜ਼. ਓਕੇ, ਸੋ ਇੱਥੇ ਕਿੰਨੇ ਵੇਜ਼ ਬਚ ਗਏ. ਹੁਣ ਤਾਂ 0 ਜ਼ਰੂਰੀ ਹੈ ਨਾ, ਤੁਹਾਨੂੰ ਮਤਲਬ 0 ਕਾਊਂਟ ਕਰਨੀ. ਹੁਣ ਲਾਸਟ ਤਾਂ 0 ਆ ਹੀ ਸਕਦੀ ਹੈ ਨਾ. ਦੈਟ ਮੀਨਸ ਇਹ 10 ਤੇ 10 ਆ. 10 ਚੋਂ ਕੋਈ ਵੀ ਆ ਸਕਦਾ, ਬਟ ਜਿਹੜੇ ਬੈਠ ਗਏ ਇੱਥੇ ਉਹ ਤਾਂ ਨਹੀਂ ਆ ਸਕਦੇ. ਯਾਨੀ ਕਿੰਨੇ ਰਹਿ ਗਏ, ਸਿਰਫ 8 ਰਹਿ ਗਏ ਸਾਡੇ ਕੋਲ. ਠੀਕ ਹੈ. ਸੋ ਏਦਾਂ ਤੁਸੀਂ ਸੋਲਵ ਕਰਨੇ ਤੇ ਏਦਾਂ ਸਾਨੂੰ ਇਹਨਾਂ ਨੂੰ ਮਲਟੀਪਲਾਈ ਕਰਕੇ ਦੇਖ ਲਓ, ਉਹ ਤੁਹਾਡਾ ਕੀ ਹੋਏਗਾ, ਆਨਸਰ ਹੋਏਗਾ. ਠੀਕ ਹੈ. $360 ਆ ਜਾਏਗਾ. ਠੀਕ ਹੈ ਜੀ. ਸੋ ਕੀ ਸੀਗਾ ਸਿੰਪਲ 500 ਤੋਂ 1000 ਤੱਕ ਤਰੀਕਾ ਸਮਝ ਆ ਗਿਆ. ਇਦਾਂ ਦੇ ਸਮ ਕੁਝ ਵੀ ਨਹੀਂ ਹੈਗੇ, ਬਹੁਤ ਈਜ਼ੀ ਹੁੰਦੇ. ਵਿਦਿਨ ਦਾ ਸੈਕਿੰਡਸ ਹੋਣ ਵਾਲੇ ਹੁੰਦੇ ਸਮ ਪੇਪਰ ਦੇ ਵਿੱਚ, ਜੇ ਤੁਹਾਨੂੰ ਇਹ ਮੈਥਡ ਸਮਝ ਆ ਰਿਹਾ ਕੀ ਕਰਨੇ ਦੇ. ਠੀਕ ਹੈ. ਲੈਟਸ ਟੇਕ ਸਕਰੀਨਸ਼ਾਟ ਫਿਰ ਨੈਕਸਟ ਸਮ ਕਰ. Next is how many 3-digit even number can be formed. 3-digit ਦੇ even number ਕਿੰਨੇ ਬਣ ਸਕਦੇ ਆ along with use ਕਰਨਾ 1 2 3 4 5 ਤੇ 6. If repetition is not allowed, again repetition is not allowed. 3-digit ਦਾ ਨੰਬਰ ਬਣਾਉਣਾ, ਕਿਹੜੇ ਬਣਾਣੇ even. ਸਾਰਿਆਂ ਨੂੰ ਪਤਾ even ਨੰਬਰ ਕਿਹੜੇ ਹੁੰਦੇ, ਜਿੱਥੇ ਲਾਸਟ ਨੰਬਰ 2 ਹੋਵੇ ਜਾਂ 4 ਹੋਵੇ, 0 ਹੋਵੇ, 6 ਹੋਵੇ. ਬਟ ਯੂਜ਼ ਕਿਹਦਾ ਕਰਨਾ 1 2 3 4 5 6 ਇਹੀ ਨੰਬਰਾਂ ਦਾ ਯੂਜ਼ ਕਰਨਾ. ਇਹਦੇ ਵਿੱਚੋਂ ਈਵਨ ਨੰਬਰ ਕਿਹੜਾ ਆ ਸਕਦਾ 2 ਆ ਸਕਦਾ, 4 ਆ ਸਕਦਾ, 6 ਆ ਸਕਦਾ. ਯਾਨੀ ਕਿ ਇੱਥੇ ਕਿਸੇ ਨੰਬਰ ਨੂੰ ਬਿਠਾਉਣ ਦੇ ਕਿੰਨੇ ਤਰੀਕੇ ਆ, 3 ਹੀ ਆ, ਜਾਂ 2 ਆ ਸਕਦਾ, ਜਾਂ 4 ਆ ਸਕਦਾ, ਜਾਂ 6 ਆ ਸਕਦਾ. ਠੀਕ ਹੈ. ਇੱਥੇ ਕਿੰਨੇ ਆ ਸਕਦੇ, 5 ਚੋਂ ਕੋਈ ਵੀ ਆ ਸਕਦਾ. 5 ਚੋਂ ਕੋਈ ਵੀ ਆ ਸਕਦਾ ਨਾ ਈਵਨ ਨੰਬਰ ਨਾਲ. ਇਹ ਥੋੜਾ ਕੰਡੀਸ਼ਨ ਆ ਕਿ ਇੱਥੇ ਵੀ 2 4 6 ਹੋਵੇ. ਨੋ, 132 is the even number. ਲਾਸਟ ਤੇ 2 ਆ, ਵਿੱਚ ਤਾਂ ਕੋਈ ਵੀ ਆ ਸਕਦਾ ਨਾ. that means 5 ਚੋਂ ਕੋਈ ਵੀ ਆ ਸਕਦਾ, ਬਟ ਰੈਪੀਟੇਸ਼ਨ ਇਜ਼ ਨਾਟ ਅਲਾਉਡ. ਜਿਹੜਾ ਇੱਥੇ ਬਹਿ ਗਿਆ ਉਹ ਤਾਂ ਨਹੀਂ ਨਾ ਆ ਸਕਦਾ. ਇੱਥੇ ਜਿਹੜਾ ਵੀ ਕੋਈ ਨੰਬਰ ਬੈਠਾ ਹੋਏਗਾ 3 ਤਰੀਕੇ ਸੀ ਬਿਠਾਉਣ ਦੇ, 2 ਵੀ ਆ ਸਕਦਾ, 4 ਵੀ, 6 ਵੀ, ਹੈਨਾ. ਬਟ ਇੱਥੇ ਅਲਾਉਡ ਨਹੀਂ ਹੈਗਾ. ਇੱਥੇ ਕਿੰਨੇ ਟੋਟਲ ਕਿੰਨੇ ਸੀ 1 2 3 4 5 6 ਦੇ ਵਿੱਚੋਂ ਇੱਕ ਇੱਥੇ ਬੈਠ ਗਿਆ. ਕਿੰਨੇ ਤਰੀਕੇ ਆ ਮੇਰੇ ਕੋਲ 5. ਹੁਣ 2 ਇੱਥੇ ਬੈਠ ਗਏ, ਇੱਥੇ ਕਿੰਨੇ ਤਰੀਕੇ ਆ 4. ਸੋ ਕਿੰਨਾ ਆ ਗਿਆ 60. यानी मेरे को किन्ने 3-digit इवन नंबर बन सकते हैं नंबर यूज करके 60 बन सकते हैं. एक बार फिर समझानी है. 1 2 3 4 5 6 का यूज करके मैं 3-digit के इवन नंबर बनाने. ये बना ले 3-digit. कहना इवन नंबर की पहचान होंगी ਜਿਹਦੇ ਲਾਸਟ 0 2 4 5 0 2 4 6 8 ਹੋਵੇ. ਬਟ ਮੈਂ ਯੂਜ਼ ਇਹਨਾਂ ਦਾ ਕਰਨਾ ਤੇ ਇਹਦੇ ਵਿੱਚੋਂ ਜਾਂ ਤੇ 2 ਆ ਸਕਦਾ, ਜਾਂ 4 ਆ ਸਕਦਾ, 6 ਆ ਸਕਦਾ. ਲਾਸਟ ਤੇ ਇਵਨ ਨੰਬਰ ਹੋ ਗਿਆ.
ਇੱਥੇ ਤਾਂ ਪੰਜਾਂ ਚੋਂ ਕੋਈ ਆ ਜਿਹੜੇ 6 ਆ 6 ਚੋਂ ਕੋਈ ਵੀ ਆ ਸਕਦਾ ਨਾ, ਇਹ ਜਿਹੜੇ 6 ਦੇ 6 ਉਹਨੇ ਕਿਹਾ ਚ ਕੋਈ ਵੀ ਆ ਸਕਦਾ, ਬਟ ਰੈਪੀਟੇਸ਼ਨ ਨਾਟ ਅਲਾਉਡ ਜਿਹੜਾ ਇੱਥੇ ਬੈਠ ਗਿਆ ਹੋਇਆ ਉਹ ਨਹੀਂ ਆਣਾ। ਦੈਟ ਮੀਨਸ 5 ਇੱਥੇ ਵੀ 6 ਚ ਕੋਈ ਵੀ ਆ ਸਕਦਾ, ਬਟ ਰੈਪੀਟੇਸ਼ਨ ਇਜ਼ ਨਾਟ ਅਲਾਉਡ ਜਿਹੜਾ ਇੱਥੇ ਤੇ ਇੱਥੇ ਬਹਿ ਗਿਆ ਇੱਥੇ ਨਹੀਂ ਹੈਗਾ। 6 ਚੋਂ ਅਸੀਂ 2 ਮਾਈਨਸ ਕਰ ਦਿੱਤੇ ਪੂਰਾ, that multiply करता 60 answer. Let's take screenshot, then next sum करते हैं. Okay. How many 4-digit even number can be formed along with 0 and 9 if repetition is not allowed? Okay. How many 4-digit even number? 1 2 3 4 even number बनाने हैं। 0 तो 9 तक मैं किसका 0 1 2 3 किसी का भी यूज कर सकती हूँ। क्लियर? रैपिटेशन नॉट अलाउड, रैपिटेशन अलाउड नहीं है। क्लियर? अलाउड होगा तो मैं फर्स्ट सम दे विच समझा दिता कि करिए। हुण देखो ਅਸੀਂ ਕਿਨੇ ਈਵਨ ਨੰਬਰ ਹੁੰਦੇ ਜੇ ਤੇ ਲਾਸਟ ਤੇ ਜਾਂ ਤਾਂ 0 ਹੋਵੇ ਜਾਂ ਫਿਰ 2 4 6 8 ਹੋਵੇ, ਹੈ ਨਾ। ਇਹ ਹੁੰਦੇ ਇਹਦੇ ਵਿੱਚ ਦੋ ਕੇਸ ਬਣਨਗੇ, ਦੱਸਦੀ ਹਾਂ ਕਿਉਂ। ਜਾਂ ਤਾਂ ਲਾਸਟ ਤੇ 0 ਆ ਸਕਦਾ, ਇੱਕ ਉਹ ਕੇਸ ਬਣੇਗਾ। 0 ਵਾਲਾ ਕੇਸ ਅਲੱਗ ਕਿਉਂ ਬਣਦਾ, ਕਿਉਂਕਿ ਤੁਹਾਨੂੰ ਪਤਾ ਨਾ ਕਿਸੇ ਨੰਬਰ ਦੇ ਸਟਾਰਟਿੰਗ 'ਚ 0 ਨਹੀਂ ਆਉਂਦੀ, ਇਸ ਲਈ ਮੈਂ 0 ਵਾਲਾ ਕੇਸ ਨਹੀਂ ਅਲੱਗ ਕਰ ਰਿਹਾ ਜਿਹਦੇ ਲਾਸਟ 0 ਆ। ਜਾਂ ਫਿਰ ਕੀ ਆ ਸਕਦਾ 2 4 6 ਜਾਂ ਫਿਰ 8, ਇਹਨਾਂ ਵਿੱਚੋਂ ਹੀ ਆ ਸਕਦਾ। ਰੈਪੀਟੇਸ਼ਨ ਇਜ਼ ਨਾਟ ਅਲਾਉਡ। 0 ਇੱਥੇ ਆ ਗਿਆ, ਇੱਥੇ ਇੱਕੋ ਤਰੀਕਾ ਹੈ ਕਿ 0 ਹੀ ਆ ਸਕਦਾ, 1 ਵੀ ਹੀ ਹੈ ਕਿ ਲਾਸਟ ਤੇ 0 ਹੀ ਆ ਸਕਦਾ। ਇਹ ਵਾਲਾ ਕੇਸ ਕਰਾਂਗੇ, ਪਹਿਲਾਂ 0 ਦਾ ਦੇਖ ਲੈਣਾ ਕਿ ਲਾਸਟ ਤੇ ਕੀ ਆ ਸਕਦਾ, 0 ਹੀ ਆ ਸਕਦਾ। ਓਕੇ, ਇਹ ਤਾਂ ਫਿਕਸ ਹੋ। ਬਟ ਇੱਥੇ 9 ਜਿਹੜੇ ਆ 9 ਦੇ ਵਿੱਚੋਂ ਕੋਈ ਵੀ ਆ ਸਕਦਾ, 1 2 3 4 5 6 7 8 9 ਕੋਈ ਵੀ ਆ ਸਕਦਾ। 0 ਤਾਂ ਬੈਠ ਗਈ। ਰੈਪੀਟੇਸ਼ਨ ਇਜ਼ ਨਾਟ ਅਲਾਉਡ। ਜੇ ਤੇ ਕੋਈ 9 ਨੰਬਰ ਆ ਗਏ, ਇੱਕ ਤਾਂ ਇਹ ਬੈਠ ਗਿਆ, ਹੁਣ ਕਿੰਨੇ ਆ ਸਕਦੇ ਆ ਤੁਹਾਡੇ ਕੋਲ? 8 ਵੇਜ਼ ਆ ਨਾ। 0 ਲਾਸਟ ਤੇ ਬੈਠ ਚੁੱਕਾ, 0 ਨੂੰ ਭੁੱਲ ਜਾਓ। 9 ਠੀਕ ਹੈ ਨਾ। 0 ਇੱਥੇ ਫਿਕਸ ਹੋ ਗਿਆ ਕਿ 0 ਲਾਸਟ ਤੇ ਆਣਾ, ਧਿਆਨ ਰੱਖਿਓ। 0 ਫਿਕਸ ਹੋ ਗਿਆ ਕਿ 0 ਲਾਸਟ ਤੇ ਆਣਾ। ਕਿੰਨੇ ਬਚ ਗਏ? 9 ਚੋਂ ਕੋਈ ਵੀ ਤਾਂ ਇੱਥੇ ਬੈਠ ਸਕਦਾ। 9 ਵੇਜ਼। ਰੈਪੀਟੇਸ਼ਨ ਇਜ਼ ਨਾਟ ਅਲਾਉਡ। ਜੇ 9 ਇੱਥੇ ਬੈਠ ਗਿਆ ਤਾਂ ਹੁਣ ਕਿੰਨੇ ਰਹਿ ਗਏ? 8। ਰੈਪੀਟੇਸ਼ਨ ਇਜ਼ ਨਾਟ ਅਲਾਉਡ। ਇਹ ਦੋ ਬਹਿ ਗਏ, ਕਿੰਨੇ ਰਹਿ ਗਏ? 7। ਕਲੀਅਰ? ਮਲਟੀਪਲਾਈ ਕਰ ਲਿਓ ਤਾਂ ਆਨਸਰ। ਇੱਕ ਤਾਂ ਇਹ ਤਰੀਕਾ ਇਹ ਵਾਲੇ ਹੋ ਗਏ ਹੈ ਨਾ। ਹੁਣ ਇੱਥੇ ਦੇਖਦੇ ਆ 2 4 6 8, ਚਾਰਾਂ ਚੋਂ ਕੋਈ ਵੀ ਬੈਠ ਸਕਦਾ। ਇੱਥੇ ਕੋਈ ਵੀ ਬੈਠ ਗਿਆ। ਹੁਣ ਇੱਥੇ ਤਾਂ ਚਾਰਾਂ ਚੋਂ ਕੋਈ ਵੀ ਬੈਠ ਸਕਦਾ। ਬਚ ਕਿੰਨੇ ਗਏ ਸਾਡੇ ਕੋਲ? 9 ਬਚ ਗਏ, ਕਿਉਂਕਿ ਹੁਣ 0 ਸੌਰੀ ਇੱਥੇ 0 ਨਹੀਂ ਆ ਸਕਦੀ। 0 ਨਹੀਂ ਆ ਸਕਦੀ ਕਿਉਂਕਿ ਸਟਾਰਟਿੰਗ ਆ ਨਾ, ਸਟਾਰਟਿੰਗ 'ਚ 0 ਨਹੀਂ ਆਏਗੀ। ਓਕੇ, 0 ਨਹੀਂ ਆਣੀ। ਰੈਪੀਟੇਸ਼ਨ ਇਜ਼ ਨਾਟ ਅਲਾਉਡ। ਜਿਹੜਾ ਨੰਬਰ ਇੱਥੇ ਬਹਿ ਗਿਆ ਉਹ ਵੀ ਨਹੀਂ ਇੱਥੇ ਬਹਿਣਾ। 0 ਵੀ ਟੋਟਲ ਨੰਬਰ ਕੀ ਨਹੀਂ ਸਾਡੇ ਕੋਲ 10 1 ਤੋਂ ਲੈ ਕੇ 9 ਤੱਕ। 0 ਵੀ ਨਹੀਂ ਇੱਥੇ ਬੈਠਣੀ। ਇਹਨਾਂ ਚ ਜਿਹੜਾ ਨੰਬਰ ਇੱਥੇ ਬੈਠ ਗਿਆ ਉਹ ਵੀ ਨਹੀਂ ਬੈਠਣਾ। ਕਿੰਨੇ ਰਹਿ ਗਏ? 8। 0 ਇੱਥੇ ਤਾਂ ਆ ਸਕਦੀ ਨਾ। ਹੁਣ ਧਿਆਨ ਦਿਓ, ਇੱਥੇ 0 ਤਾਂ ਆ ਸਕਦੀ ਨਾ। ਇੱਥੇ ਮੈਂ ਗੱਲ ਕੀ ਕੀਤੀ ਸੀ ਕਿ 0 ਜਿਹੜੀ ਆ ਉਹ ਨਹੀਂ ਆ ਸਕਦੀ। 0 ਵੀ ਨਹੀਂ ਆ ਸਕਦੀ ਸੀ। ਇਹ ਵਾਲਾ ਜਿਹੜਾ ਕੋਈ ਨੰਬਰ ਉਹ ਵੀ ਨਹੀਂ ਆ ਸਕਦਾ ਸੀ। ਤੇ ਇੱਥੇ ਕਿੰਨੇ 10 ਚੋਂ ਬਚ ਕਿੰਨੇ ਗਏ ਸਾਡੇ ਕੋਲ? 8 ਹੀ ਬਚ ਗਏ। ਹੁਣ ਇੱਥੇ ਦੇਖੋ, ਇੱਥੇ 0 ਵੀ ਆ ਸਕਦੀ, 1 ਵੀ ਆ ਸਕਦਾ, ਮਤਲਬ ਕੋਈ ਵੀ ਨੰਬਰ ਆ ਸਕਦਾ। ਕੋਈ ਵੀ ਨੰਬਰ ਆ ਸਕਦਾ। ਧਿਆਨ ਨਾਲ ਸੁਣੋ, 9 ਤੱਕ, ਯਾਨੀ 10 ਚੋਂ ਕੋਈ ਵੀ ਨੰਬਰ ਆ ਸਕਦਾ। ਬਟ ਰੈਪੀਟੇਸ਼ਨ ਨਾਟ ਅਲਾਉਡ। ਜਿਹੜਾ ਇੱਥੇ ਬੈਠ ਗਿਆ ਤੇ ਇੱਥੇ ਬੈਠ ਗਿਆ ਉਹ ਨਹੀਂ ਨਾ ਆ ਸਕਦਾ। ਜਦੋਂ 0 ਦੀ ਗੱਲ ਕਰਨੀ, ਮੈਂ ਕਹੀ ਨਾ 10 ਦੇਖਣੇ, ਤੁਸੀਂ ਪੂਰੇ 10 ਦੇਖਣੇ ਆ। ਦੈਟ ਮੀਨਸ ਇੱਥੇ 10 ਨਾ, ਪਰ ਜਿਹੜਾ ਇੱਥੇ ਬੈਠ ਗਿਆ ਤੇ ਇੱਥੇ ਬੈਠ ਗਿਆ ਉਹ ਨਹੀਂ ਆ ਸਕਦਾ। ਕਿੰਨੇ ਬਚ ਗਏ? 8। ਹੁਣ ਇੱਥੇ ਵੀ 0 ਵੀ ਆ ਸਕਦੀ ਆ। ਦੈਟ ਮੀਨਸ 10 ਦੇ 10 ਚੋਂ ਦੇਖਣਾ। ਜਿਹੜਾ ਇੱਥੇ ਆ ਗਿਆ ਉਹ ਵੀ ਨਹੀਂ ਆਣਾ, ਇੱਥੇ ਆ ਗਿਆ ਉਹ ਵੀ ਨਹੀਂ ਆਣਾ, ਇੱਥੇ ਵੀ ਨਹੀਂ ਆਣਾ। ਕਿੰਨੇ ਬਚ ਗਏ? 7। ਸੋ ਇਹਨਾਂ ਨੂੰ ਤੁਸੀਂ ਮਲਟੀਪਲਾਈ ਕਰ ਲਿਓ, ਇਹਨੂੰ ਮਲਟੀਪਲਾਈ ਕਰ ਲਿਓ, ਦੋਨੇ ਐਡ ਕਰ ਦਿਓ, ਤੁਹਾਡੇ ਦੋ ਅਲੱਗ-ਅਲੱਗ ਕੇਸ ਬਣ। ਵੇਟ, ਠੀਕ ਹੈ ਜੀ। ਸੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇਹ ਦੋਨੇ ਮੈਥਡ ਜਿਹੜੀ ਮਲਟੀਪਲੀਕੇਸ਼ਨ ਆ ਉਹ ਕਰਕੇ ਇਹਨਾਂ ਨੂੰ ਐਡ ਕਰ ਦੇਣਾ। ਕਲੀਅਰ? ਥੋੜਾ ਸਮਝ ਹੋ ਗਿਆ? ਮੈਂ ਇਹ ਤੁਹਾਨੂੰ ਇੱਕ ਵਾਰੀ ਫਿਰ ਰਿਪੀਟ ਕਰਾ ਦਿੰਨੀ ਆ ਕਿ ਉਹਨੇ ਕਿਹਾ how many 4-digit even number can be formed along with 0 and 9, 0 ਤੋਂ ਲੈ ਕੇ 9 ਤੱਕ if repetition is not allowed। 0 ਵਾਲਾ ਮੈਂ ਕੇਸ ਅਲੱਗ ਕਰ ਲਿਆ। ਕਿਉਂ? ਕਿਉਂਕਿ 0 ਜਦੋਂ ਇੱਥੇ ਫਿਕਸ ਹੋ ਜਾਂਦੀ ਹੈ ਨਾ, ਫਿਰ ਸਟਾਰਟਿੰਗ 'ਚ ਸਾਨੂੰ ਦੇਖਣਾ ਨਹੀਂ ਪੈਂਦਾ। ਬਟ ਬਾਕੀ ਸਾਰੇ ਕੇਸ ਦੇ ਵਿੱਚ 0 ਇੱਥੇ ਨਹੀਂ ਪੋਸੀਬਲ ਹੈ।
इतने 0 फिक्स हो गई, 0 फिक्स हो गई, किन्ने 10 चो बच गए, किन्ने बच गए 9 बच गए ना, 0 तो देखना ही नहीं, ये तां ही केस अलग बनता। इतने 9 दे विचों देखना 0 फिक्स हो गई, 9 दे विचों कोई भी आ सकता है, रेपिटेशन इज नॉट अलाउड। 9 इतने आ गए, इतने किन्ने रह गए 8, इतने किन्ने रह गए 7, इतने तो एक फिक्स सीगा कि 0 नहीं आ। हुण इत्थे सीगा कि 2 4 6 8 चो कोई भी आ सकता, यानी 4 वेज आ, यानी 2 भी आ सकता, 4 भी आ सकता, 6 भी आ सकता, 8 भी आ सकता। असि इत्थे आ गए वापस 0 नहीं भी आ सकती, 0 नहीं आ सकती, दैट मीनस 9 दे विचों देखना, 9 दे विचों देखना, 9 दे विचों एक तो इत्थे फिक्स हो गया, या 2 आ गया, या 4 आ गया, या 6 आ गया, कोई एक तो फिक्स हो गया, किन्ने बच गए इत्थे 8 बच गए। जो मेरी इतने गल आई 0 भी आ सकता है, 10 चो कोई भी आ सकता, बट जो इतने बैठ गया इतने बैठ गया वो नहीं आ सकता, रेपिटेशन इज नॉट अलाउड। सो इतने असी 8 बच गए, इतने भी तो 10 चो कोई भी आ सकता सी, बट जो इतने बैठ गया इतने बैठ गया इतने बैठ गया वो नहीं आ सकता, किन्ने बच गए 7 बच गए। सो इन्हों मल्टी दो केस बने साडे को इवन दे विच, तुसीं इन्हां नूं मल्टीप्लाई करके ऐड करो। लेट्स टेक स्क्रीनशॉट देन मूव टू नेक्स्ट क्वेश्चन। लेट्स सी द नेक्स्ट सम। द नेक्स्ट सम इज how many 4 digit divisible by 4 can be formed using the digit 1 2 3 4 5 if repetition is allowed। केड़े डिजिट यूज करने में 1 2 3 4 5 कहंदा किन्ने हाउ मेनी 4 डिजिट नंबर डिविजिबल बाय 4, 4 डिजिट दे 1 2 3 4 डिविजिबल बाय की होने चाहिए 4। तानू रूल डिविजिबिलिटी के पता होने चाहिए। देखो 4 ਦੀ ਡਿਵੀਜ਼ਿਬਿਲਟੀ ਦਾ ਰੂਲ ਕੀ ਹੁੰਦਾ ਕਿ ਜਿਹੜੇ ਲਾਸਟ 2 ਡਿਜਿਟ ਤੋਂ ਮਿਲ ਕੇ ਜਿਹੜਾ ਨੰਬਰ ਬਣਦਾ ਪਿਆ ਨਾ, ਦੈਟ ਮੀਨਸ ਲਾਸਟ 2 ਡਿਜਿਟ ਤੋਂ ਮਿਲ ਕੇ ਜਿਹੜੀ ਸੰਖਿਆ ਬਣਦੀ ਪਈ ਉਹ ਜੇ ਡਿਵਾਈਡ ਹੁੰਦੀ ਨਾ 4 ਨਾਲ, ਤਾਂ ਪੂਰੀ ਜਿਹੜੀ ਇਹ ਰਕਮ ਹੋਏਗੀ ਪੂਰੀ ਦੀ ਪੂਰੀ ਡਿਵੀਜ਼ਿਬਲ ਬਾਈ ਹੋਏਗੀ 4। ਕਲੀਅਰ। ਸੋ ਪਹਿਲਾਂ ਇੰਨਾ ਪਤਾ ਚਾਹੀਦਾ 4 ਦੇ ਡਿਵੀਜ਼ਿਬਿਲਟੀ ਦਾ ਰੂਲ। ਉਹ ਕਹਿੰਦਾ 4 ਡਿਜਿਟ ਤੇ ਇਦਾਂ ਦੇ ਕਿੰਨੇ ਨੰਬਰ ਬਣ ਕੇ ਜਾ ਸਕਦੇ ਇਹਦੇ ਤੋਂ ਕਿ ਜਿਹੜੇ ਡਿਵੀਜ਼ਿਬਲ ਬਾਈ ਕੀ ਹੋਣ 4। ਦੇਖਦੇ ਆ 4 ਲਈ ਡਿਵੀਜ਼ਿਬਲ ਹੋਣ ਲਈ ਇਹਦੇ ਵਿੱਚੋਂ ਜਾਂ ਤਾਂ ਇੱਥੇ ਕੀ ਆ ਸਕਦਾ 24 ਲਾਈਕ 12, ਜਾਂ ਕੀ ਬਣੇ ਇੱਥੇ 32, ਜਾਂ ਫਿਰ ਕੀ ਬਣੇ 42। ਜੇ ਧਿਆਨ ਨਾਲ ਆਬਜ਼ਰਵ ਕਰੋ ਜਾਂ 44, ਕਿਉਂਕਿ ਰੈਪੀਟੀਸ਼ਨ ਅਲਾਉਡ ਆ ਨਾ, ਧਿਆਨ ਨਾਲ ਦੇਖੋ ਲਾਸਟ ਤੇ ਜਾਂ ਕੀ ਰਹਿ ਰਿਹਾ 4, ਜਾਂ ਕੀ ਰਹਿ ਰਿਹਾ 2। यानी साडे को 2 केस बनने, एक वो केस बनेगा जिसमें मैं लास्ट पे 4 लवांगी, एक केस बनेगा जिसमें लास्ट पे 2 लवांगी। इजी या समझने की कोशिश करो, हो जाएगा। सो मेरे को 2 केस है, एक से मैं 4 ले लिया लास्ट, एक से की ले लिया 2 ले लिया। ठीक है जी। देखो बनाना की 4 डिजिट का नंबर, इतने 4 आ गया, इतने की आ सकता, इतने फिक्स हो गया 4 आ गया, इतने की आ सकता 2 आ सकता या 4 आ सकता। देखो 24 आएगा तामी डिविजिबल बाय 4 होएगा, 44 आएगा तामी डिविजिबल बाय 4 होएगा। पहले इतना समझो, जे लास्ट से 2 आ गया इतने 1 आ सकता, क्योंकि 12 बन जाएगा, 12 इज आल्सो डिविजिबल बाय 4, क्योंकि पूरी रकम नहीं देखनी होंगी सी 4 ਨਾਲ डिवाइड होंगी कि नहीं। ਅਸੀਂ लास्ट 2 डिजिट देने, डिविजिबिलिटी ਦਾ रूल ਆ। कोई भी नंबर 4 ਨਾਲ डिवाइड हो ਜਾਂਦਾ ਜਿਹਦੇ लास्ट 2 डिजिट ਤੋਂ ਮਿਲ ਕੇ ਜਿਹੜੀ ਰਕਮ ਆ ਉਹ 4 ਨਾਲ डिवाइड ਹੋ, 1 ਦੇ ਨਾਲ 2 या फिर 4 ਦੇ ਨਾਲ 2 या 3 ਦੇ ਨਾਲ 2। ਇਹੀ ਆ, ਕੋਈ ਹੋਰ ਤਾਂ ਨਹੀਂ ਬਣਦਾ ਇਹਨਾਂ ਵਿੱਚੋਂ, ਦੇਖ ਲਓ। ਕਲੀਅਰ। ਹੁਣ ਦੇਖੋ ਉਹੀ ਸਾਡਾ ਦੁਬਾਰਾ ਹੋਈ, ਇੱਥੇ ਤਾਂ ਫਿਕਸ ਆ ਕਿ ਕੀ ਆ ਸਕਦਾ 4 ਹੀ ਆ ਸਕਦਾ, ਇੱਕੋ ਹੀ ਮੈਥਡ ਆ ਕਿ ਇੱਥੇ ਆ ਹੀ 4 ਸਕਦਾ। ਇੱਥੇ 4 ਤੇ 2 ਦੋਨਾਂ ਚੋਂ ਕੋਈ ਵੀ ਆ ਸਕਦਾ, ਯਾਨੀ 2 ਵੀ ਆ ਸਕਦਾ 4 ਵੀ। ਸੋ ਕਿੰਨੇ ਤਰੀਕੇ ਇੱਥੇ ਬਿਠਾਉਣ ਦੇ ਕਿਸੇ ਵੀ ਡਿਜਿਟ ਨੂੰ, 2 ਤਰੀਕੇ, ਜਾਂ 2 ਬਿਠਾ ਦਿਓ ਜਾਂ 4 ਬਿਠਾ ਦਿਓ। ਹੁਣ ਧਿਆਨ ਨਾਲ ਦੇਖਿਓ, ਇੱਥੇ ਤਾਂ 2 ਹੀ ਬੈਠ ਸਕਦਾ ਫਿਕਸ ਆ, ਇੱਥੇ 1 ਵੀ ਬੈਠ ਸਕਦਾ, 4 ਵੀ 3 ਵੀ, ਯਾਨੀ 3 ਤਰੀਕੇ ਆ ਕਿਸੇ ਨੰਬਰ ਨੂੰ ਬਿਠਾਉਣ ਦੇ। ਕਲੀਅਰ। ਇੰਨਾ ਕਲੀਅਰ ਆ। ਅੱਗੇ ਉਹ ਕੀ ਬੋਲਦਾ ਪਿਆ, ਕਹਿੰਦਾ ਰੈਪੀਟੀਸ਼ਨ ਇਜ਼ ਅਲਾਉਡ। ਰੈਪੀਟੀਸ਼ਨ ਅਲਾਉਡ ਮਤਲਬ ਜਿਹੜਾ ਨੰਬਰ ਇੱਥੇ ਆ ਗਿਆ ਇੱਥੇ ਵੀ ਤਾਂ ਆ ਹੀ ਸਕਦਾ। ਦੈਟ ਮੀਨਸ ਕਿੰਨੇ ਨੰਬਰ ਹੈ ਸਾਡੇ ਕੋਲ 5 ਚੋਂ ਕੋਈ ਵੀ ਇੱਥੇ ਆ ਸਕਦਾ, ਇੱਥੇ ਵੀ ਕੋਈ ਵੀ 5 ਚੋਂ ਆ ਸਕਦਾ, ਕਿਉਂਕਿ ਰੈਪੀਟੀਸ਼ਨ ਅਲਾਉਡ ਆ। ਕੋਈ ਵੀ ਨੰਬਰ ਰਿਪੀਟ ਵੀ ਹੋ ਸਕਦਾ। ਇਹ 5 ਚੋਂ ਕੋਈ ਵੀ ਨੰਬਰ ਇੱਥੇ ਬੈਠ ਸਕਦਾ, ਕੋਈ ਵੀ ਇੱਥੇ। ਸੇਮ ਹੀਅਰ, ਇੱਥੇ ਵੀ 5 ਚੋਂ ਕੋਈ ਵੀ ਬੈਠ ਸਕਦਾ, ਇੱਥੇ ਵੀ 5 ਤੋਂ ਕੋਈ ਵੀ ਬੈਠ ਸਕਦਾ। ਇਹਦੇ ਵਿੱਚ ਸਾਡੇ ਕੋਲ 2 ਕੇਸ ਬਣਦੇ ਆ, ਕੇਸ ਇੱਕ ਇਹ ਬਣਿਆ, ਇੱਕ ਕੇਸ ਇਹ ਬਣਿਆ। ਇਹਨੂੰ ਤੁਸੀਂ ਮਲਟੀਪਲਾਈ ਕਰ ਦੋ, ਇਹ 50 ਆ ਜਾਏਗਾ, ਇਹ 75 ਆ ਜਾਏਗਾ। ਸੋ 120 ਕੇਸ ਹੋ ਜਾਣਗੇ, 125 ਸਾਡੇ ਤੋਂ ਕੇਸ ਹੋ ਜਾਣਗੇ। क्लियर। अगेन एक बार समझा दो ना कि कोई भी नंबर 4 ਨਾਲ ਕਦੋਂ ਡਿਵੀਜ਼ੀਬਲ ਹੁੰਦਾ ਜਿਹਦੇ ਲਾਸਟ ਦੇ ਜਿਹੜੇ
दो नंबर तो मिलके संख्या बनती थी, जो 4 ਨਾਲ डिविजिबल हैगी ਅਸੀਂ ਕਹਿੰਦੇ पूरी ਦੀ पूरी रकम 4 ਨਾਲ डिवाइड ਹੋਈ। सो ਇੱਥੇ ਅਸੀਂ ਸਾਡੇ ਕੋਲ ਦੋ ਕੇਸ ਸੀ, ਜਾਂ ਤਾਂ ਲਾਸਟ ਤੇ ਮੈਂ 4 ਰੱਖ ਦਵਾਂ ਜਾਂ ਲਾਸਟ ਤੇ 2 ਰੱਖ ਦਵਾਂ। ਜੇ ਤਾਂ ਮੈਂ ਲਾਸਟ ਤੇ 4 ਰੱਖਦੀ ਹਾਂ, ਇੱਥੇ ਫਿਕਸ ਹੋ ਗਿਆ ਨਾ ਕਿ ਕੋਈ 4 ਹੀ ਬੈਠ ਸਕਦਾ, ਇੱਥੇ 2 ਰੱਖਦੀ ਹਾਂ ਤਾਂ ਫਿਕਸ ਹੋ ਗਿਆ 2 ਹੀ ਹੋ ਸਕਦਾ। ਜੇ ਇੱਥੇ 4 ਆ ਗਿਆ ਉਹਦੇ ਨਾਲ 2 ਵੀ 24 ਵੀ ਡਿਵਾਈਡ ਹੋਏਗਾ, 4 ਨਾਲ 44 ਵੀ, ਸੋ ਇੱਥੇ 2 ਵੀ ਆ ਸਕਦਾ, 4 ਵੀ। ਰੈਪੀਟੀਸ਼ਨ ਅਲਾਉਡ ਸੀ, ਇਸ ਕਰਕੇ ਮੈਂ ਰੈਪੀਟੀਸ਼ਨ ਵਾਲੇ ਲੈ ਲਏ। ਹੁਣ ਇੱਥੇ ਤਾਂ ਪੰਜਾਂ ਤੋਂ ਕੋਈ ਵੀ ਬੈਠ ਸਕਦਾ ਨਾ, ਕੋਈ ਮੈਟਰ ਨਹੀਂ ਕਰਦਾ, ਇੱਥੇ ਵੀ ਕੋਈ ਵੀ ਬੈਠ ਸਕਦਾ। ਤੁਸੀਂ ਕੋਈ ਵੀ ਰਕਮ ਲੈ ਕੇ ਦੇਖ ਲਓ 4 ਨਾਲ ਡਿਵਾਈਡ ਵਾਲੀ, ਉਹਦੇ ਲਾਸਟ ਦੇ 2 ਅਕਸ਼ਰ ਹਮੇਸ਼ਾ ਡਿਵਾਈਡ ਹੋਣਗੇ 4 ਨਾਲ, ਮੋਰੇ ਜੋ ਮਰਜ਼ੀ ਹੋਵੇ। ਸੇਮ ਇੱਥੇ 1, ਇਸ ਤਰ੍ਹਾਂ 2 ਹੀ ਬੈਠ ਸਕਦਾ, ਪਰ ਇੱਥੇ ਤਾਂ 1 2 3 ਦੋਨਾਂ ਚੋਂ ਕੋਈ ਵੀ ਬੈਠ ਸੌਰੀ 1 3 4, ਜਾਂ ਤਾਂ 12 ਵੀ ਡਿਵਾਈਡ ਹੋਏਗਾ 4 ਨਾਲ, 32 ਵੀ ਡਿਵਾਈਡ ਹੋਏਗਾ 4 ਨਾਲ, 42 ਵੀ ਡਿਵਾਈਡ ਹੋਏਗਾ 4 ਨਾਲ, ਹੋਰ ਤਾਂ ਨਹੀਂ ਕੋਈ ਆ ਸਕਦਾ ਨਾ। ਸੋ ਤਿੰਨਾਂ ਚ ਇੱਥੇ ਕੀ ਹੈ, ਪੰਜਾਂ ਤੋਂ ਕੋਈ ਵੀ ਆ ਸਕਦਾ, ਇੱਥੇ ਵੀ। ਇਹ ਤਾਂ ਹੈਗਾ ਰੈਪੀਟੀਸ਼ਨ ਅਲਾਉਡ ਆ ਨਾ ਸਾਨੂੰ, ਕਿ ਰਿਪੀਟ ਕਰ ਸਕਦੇ। ਜੇ ਨਹੀਂ ਅਲਾਉਡ ਹੁੰਦੀ ਫਿਰ ਕੀ ਕਰਨਾ ਸੀ, 2 ਨੰਬਰ ਇੱਥੇ ਬਹਿ ਗਏ, ਇੱਥੇ ਸਿਰਫ ਕਿੰਨੇ ਰਹਿਣੇ ਸੀ 3, ਇੱਥੇ ਕਿੰਨੇ ਰਹਿਣੇ ਸੀ 2। ਜੇ ਰੈਪੀਟੀਸ਼ਨ ਅਲਾਉਡ ਨਹੀਂ ਹੁੰਦੀ, ਜਿੱਦਾਂ ਉੱਪਰ ਕੀਤਾ ਆਪਾਂ, ਜੇ ਇੱਥੇ ਵੀ ਰੈਪੀਟੀਸ਼ਨ ਨਹੀਂ ਅਲਾਉ ਹੁੰਦੀ, ਇੱਕ ਅਕਸ਼ਰ ਇੱਥੇ ਬਹਿ ਗਿਆ, ਇੱਕ ਇੱਥੇ ਕਿੰਨੇ ਵੱਧ ਹੋਣੇ ਸੀ, ਸਿਰਫ 5 ਆ ਨਾ, 5 ਤੋਂ 2 ਬੈਠ ਕੇ 3 ਹੀ ਰਹਿ ਜਾਣੇ ਸੀ। ਕਲੀਅਰ। ਸੋ ਇਹ ਹੈਗਾ ਆ ਜਦੋਂ ਰੈਪੀਟੀਸ਼ਨ ਸਾਡੇ ਕੋਲ ਅਲਾਉਡ। ਇਹ 50 ਹੋ ਗਏ, 75 ਹੋ ਗਏ, ਦੋਨਾਂ ਨੂੰ ਅਸੀਂ ਕੀ ਕਰ ਦਿੱਤਾ, ਐਡ ਕਰ ਦਿੱਤਾ। ਸੋ 125 ਪੀਸ ਹੋਏ। ਲੈਟਸ ਟੇਕ ਸਕਰੀਨਸ਼ॉट, देन नेक्स्ट सम करते हैं। हाउ मेनी 5 डिजिट टेलीफोन नंबर कैन बी फॉर्म्ड along with 0 to 9 if repetition is not allowed। 0 ਤੋਂ 9 तक मैं किसी भी डिजिट का यूज करके 5 डिजिट का कोई टेलीफोन नंबर बनाना, 1 2 3 4 5 डिजिट का मैं की बनाना, कोई टेलीफोन नंबर बनाना। डिजिट मैं इन्हां चों कोई भी यूज कर सकती हूं। अच्छा हुण देखो इत्थे कंफ्यूजन आ, तुसीं बोलोगे स्टार्टिंग च 0 नहीं आना, बट टेलीफोन नंबर ते स्टार्टिंग च 0 हुंदा। यही है टेलीफोन नंबर, ATM नंबर, आधार कार्ड। ਇਹਦਾ ਪੇਪਰ 'ਚ ਕੋਈ ਸਮ ਆ ਗਿਆ ਤਾਂ ਯਾਦ ਰੱਖਿਓ ਇਹ 'ਚ ਸਟਾਰਟਿੰਗ 'ਚ 0 ਆ ਸਕਦਾ ਨਾ, ਯਾਨੀ 0 1 2 ਕਿਸੇ ਨਾਲ ਵੀ ਸਟਾਰਟ ਹੋ ਸਕਦਾ ਟੈਲੀਫੋਨ ਨੰਬਰ ਕੋਈ। ਕਲੀਅਰ ਨਾ, ਕਿਸੇ ਨਾਲ ਵੀ ਹੋ ਸਕਦਾ। ਦੈਟ ਮੀਨਸ ਇੱਕ ਤਾਂ 10 ਦੇ 10 ਕੇਸਿਸ ਆ, 10 'ਚ ਕੋਈ ਵੀ ਨੰਬਰ ਆ ਸਕਦਾ। ਬਟ ਰੈਪੀਟੀਸ਼ਨ ਇਜ਼ ਨਾਟ ਅਲਾਉਡ। ਜਿਹੜਾ ਇੱਥੇ ਆ ਗਿਆ ਉਹ ਇੱਥੇ ਨਹੀਂ ਆਣਾ, ਯਾਨੀ ਇੱਥੇ ਕਿੰਨੇ ਰਹਿ ਗਏ 9 8 7 and 6। so this is your answer। ਕਿੰਨਾ ਸੌਖਾ ਸੀ, ਵਿਦ ਇਨ ਦ ਸੈਕਿੰਡਸ ਹੋ ਗਿਆ ਸਮ। ਕਿ ਉਹਨੇ ਕਿਹਾ ਹਾਊ ਮੈਨੀ 5 digit ਟੈਲੀਫੋਨ ਨੰਬਰ can be formed along with 0 and 9 if repetition is not allowed। ਇੱਥੇ 0 ਵੀ ਆ ਸਕਦਾ, ਯਾਨੀ 10 ਚ ਕੋਈ ਵੀ ਨੰਬਰ ਇੱਥੇ ਬੈਠ ਸਕਦਾ। ਜੇ ਤੋਂ 10 ਚ ਕੋਈ ਬੈਠ ਸਕਦਾ, ਇੱਥੇ ਰੈਪੀਟੀਸ਼ਨ ਬਸ ਅਲਾਉਡ ਨਹੀਂ ਹੈਗੀ। ਜੇ ਰੈਪੀਟੀਸ਼ਨ ਅਲਾਉਡ ਹੁੰਦੀ 10 10 10 ਕਰ ਦਿੰਦੇ, ਫਿਰ 0 0 0 ਵਾਲਾ ਬਣ ਜਾਣਾ। ਠੀਕ ਹੈ। ਸੋ ਰੈਪੀਟੀਸ਼ਨ ਇਜ਼ ਨਾਟ ਅਲਾਉਡ, ਇਸ ਲਈ ਜਿਹੜਾ ਨੰਬਰ ਇੱਥੇ ਬਹਿ ਗਿਆ, ਹੁਣ ਕਿੰਨੇ ਬਚ ਗਏ ਸਾਡੇ ਕੋਲ 9 8 7 6। ਲੈਟਸ ਟੇਕ ਸਕਰੀਨਸ਼ॉट, देन लास्ट सम अपना करते हैं। Last sum is how many different ways to find the divisible of 9 by 7 digit number using 1 to 9। 1 ਤੋਂ ਲੈ ਕੇ 9 ਤੱਕ, ਠੀਕ ਹੈ, 1 2 3 4 9 ਤੱਕ ਮੈਂ ਨੰਬਰਸ ਦਾ ਯੂਜ਼ ਕਰਕੇ ਦੇਖਣੇ ਆ ਕਿੰਨੇ ਇਦਾਂ ਦੇ ਨੰਬਰ 7 ਡਿਜਿਟ ਨੰਬਰ ਆ, 1 2 3 4 5 6 7 ਡਿਜਿਟ ਨੰਬਰ ਆ ਵਿਚ ਡਿਵੀਜ਼ੀਬਲ ਬਾਈ 9। ਹੁਣ 9 ਦੀ ਡਿਵੀਜ਼ਿਬਿਲਟੀ ਮੈਂ ਤੁਹਾਨੂੰ ਦੱਸਦੀ ਕੀ ਹੁੰਦੀ ਹੈ। ਮੈਂ 4 ਤੱਕ ਦੱਸਦੀ ਸੀ, ਮੈਂ 5 ਦੀ ਦੱਸ ਦਿੰਦੀ ਹਾਂ। ਦੇਖੋ 5 ਦੀ ਡਿਵੀਜ਼ਿਬਿਲਟੀ ਚੈੱਕ ਕਰਨੀ ਹੋਵੇ, ਜਾਂ ਤਾਂ ਲਾਸਟ ਤੇ 0 ਹੋਣੀ ਚਾਹੀਦੀ ਹੈ, ਜਾਂ ਲਾਸਟ ਤੇ 5 ਹੋਣਾ ਚਾਹੀਦਾ। 6 ਦੀ ਡਿਵੀਜ਼ਿਬਿਲਟੀ ਲਈ ਤੁਸੀਂ 2 ਤੇ 3 ਦਾ ਰੂਲ ਲਗਾ ਕੇ ਦੇਖਣਾ ਹੁੰਦਾ, ਉਹ ਹੋਣਾ ਚਾਹੀਦਾ। ਠੀਕ ਹੈ। 7 ਦਾ ਥੋੜਾ ਲੰਬਾ ਪ੍ਰੋਸੀਜਰ ਹੋ ਰਹਿਣ ਦਿਓ। 8 ਲਈ ਤੁਸੀਂ ਅਗੇਨ ਜਿੱਦਾਂ 4 ਦੇ ਲਾਸਟ 2 ਡਿਜਿਟ ਦੇਖਦੇ ਆ ਨਾ, 8 ਦੇ ਲਈ ਲਾਸਟ 3 ਡਿਜਿਟ ਤੋਂ ਮਿਲ ਕੇ ਜਿਹੜੀ ਵੀ ਕੋਈ ਰਕਮ ਬਣਨੀ ਆ, ਉਹ ਡਿਵੀਜ਼ੀਬਲ ਬਾਈ 8 ਹੋਣੀ ਚਾਹੀਦੀ। ਐਂਡ 9 ਲਈ ਟੋਟਲ ਜਿਹੜੀਆਂ ਸਾਡੀਆਂ ਇਹ ਸਾਰੀਆਂ ਡਿਜਿਟ ਆ, ਇਹਨਾਂ ਦਾ ਜੋੜ ਜਿਹੜਾ ਬਣਦਾ ਪਿਆ, ਦੈਟ ਇਜ਼ ਡਿਵੀਜ਼ੀਬਲ ਬਾਈ ਕਿੰਨਾ ਹੋਣਾ ਚਾਹੀਦਾ, 9 ਹੋਣਾ ਚਾਹੀਦਾ। ਕਲੀਅਰ। ਜਿੱਦਾਂ ਤੁਹਾਨੂੰ ਪਤਾ 81 9 ਨਾਲ ਡਿਵਾਈਡ ਹੋ ਜਾਂਦੇ, ਕਿਉਂ 8 + 1 ਕਿੰਨਾ ਹੁੰਦਾ 9। 9 ਇਜ਼ ਡਿਵੀਜ਼ੀਬਲ ਆਫ 9। ਠੀਕ ਹੈ। ਸੋ ਏਦਾਂ ਲਿਖਣਾ ਹੁੰਦਾ। ਹੁਣ ਜੇ ਮੈਂ ਗੱਲ ਕਰਦੀ ਮੇਰੇ ਤੋਂ ਨੰਬਰ ਕਿਹੜੇ ਆ, 1 2 3 4 5 6 7 8 ਤੇ 9। ਓਕੇ। ਇਹਨਾਂ ਸਾਰਿਆਂ ਦਾ ਸਮ ਦੇਖੋ ਪਹਿਲਾਂ ਕਿੰਨਾ ਬਣਦਾ। ਨੈਚੁਰਲ ਨੰਬਰ ਦਾ ਪਤਾ ਨਾ, n × n + 1/2 ਕਰਕੇ ਆਪਾਂ ਕਰ ਲੈਂਦੇ ਆ। 9 × 10/2 that is 45। 45 ਬਣ ਗਿਆ। is 45 divided by 9। ਕੀ 45 ਡਿਵਾਈਡ ਹੋ ਜਾਂਦੀ 9 ਨਾਲ? obviously 9
9 ਨੂੰ ਆਪਾਂ 5 ਨਾਲ ਮਲਟੀਪਲਾਈ ਕਰਾਂਗੇ, we will get 45. that means ਇਹ ਤਾਂ ਮੈਂ ਜਿਹੜਾ ਡਿਜਿਟ ਨੰਬਰ ਬਣਾਣਾ ਉਹ ਕਿੰਨੇ ਡਿਜਿਟ ਦਾ ਬਣਾਣਾ 7 ਦਾ, ਯਾਨੀ ਮੈਨੂੰ ਲਾਸਟ ਤੋਂ, ਯਾਨੀ ਕਿ ਧਿਆਨ ਨਾਲ ਸਮਝੋ ਇਹ ਸਮ ਹੈ ਬਹੁਤ ਈਜ਼ੀ ਆ, ਥੋੜਾ ਟ੍ਰਿਕੀ ਆ। ਉਹ ਕਹਿੰਦਾ ਕਿ ਕਿੰਨੇ ਇਦਾਂ ਦੇ ਨੰਬਰ 7 ਡਿਜਿਟ ਨੰਬਰ ਬਣਾ ਸਕਦੇ ਆ ਵਿਚ ਇਜ਼ ਡਿਵੀਜ਼ੀਬਲ ਬਾਈ 9। 9 ਨਾਲ ਡਿਵਾਈਡ ਕਿਹੜੇ ਹੋਣਗੇ? ਜਿਨ੍ਹਾਂ ਦਾ ਸਮ ਡਿਵਾਈਡ ਹੋਏਗਾ 9 ਨਾਲ, ਜੇ ਨਾ ਸਾਰੇ ਦਾ ਜੋੜ ਡਿਵਾਈਡ ਹੋ ਜਾਏਗਾ 9 ਨਾਲ, ਦੈਟ ਮੀਨਸ ਉਹ ਡਿਵਾਈਡ ਹੋ ਜਾਣਗੇ 9 ਨਾਲ। ਕਲੀਅਰ ਸਮਝਦੇ ਨਾ ਇਸ ਗੱਲ ਨੂੰ? ਕਿਉਂਕਿ 9 ਦੀ ਡਿਵੀਜ਼ਿਬਿਲਟੀ ਦਾ ਰੂਲ ਕੀ ਹੁੰਦਾ? ਸਾਰੀਆਂ ਸੰਖਿਆਵਾਂ ਦਾ ਜੋੜ ਡਿਵਾਈਡ ਬਾਈ 9। ਓਕੇ, ਮੇਰੇ ਕੋਲ ਜਿੰਨੀਆਂ ਸੀ ਮੈਂ ਉਹਨਾਂ ਨੂੰ ਡਿਜਿਟ ਮੇਰੇ ਕੋਲ ਕਿਹੜੇ 1 2 3 4 5 6 7 8 9 ਇਹਨਾਂ ਦਾ ਯੂਜ਼ ਕਰਨਾ ਹੀ। ਇਹਨਾਂ ਨੂੰ ਜੋੜ ਕੇ ਕਿੰਨਾ ਬਣਦਾ 45। ਤੁਹਾਨੂੰ ਪਤਾ ਨਾ ਜਿਹੜੇ ਡਿਵਾਈਡ ਹੋਣਗੇ, ਜਿੱਦਾਂ ਹੁਣ ਇਹਨਾਂ ਦੋਨਾਂ ਵਿੱਚ ਡਿਫਰੈਂਸ ਕਿੰਨੇ ਦਾ 9 ਦਾ, ਯਾਨੀ ਕਿ ਜਿਹੜੇ ਇਹ 9 ਨੰਬਰ ਆ ਇਹਨਾਂ ਦਾ ਜੋੜ 45 ਬਣਦਾ। ਮੈਂ ਡਿਜਿਟ ਕਿੰਨੇ ਡਿਜਿਟ ਦਾ ਨੰਬਰ ਬਣਾਣਾ 7 ਡਿਜਿਟ ਦਾ, ਯਾਨੀ ਮੇਰੇ ਤੋਂ ਕੋਈ 2 ਨੰਬਰ ਮੈਨੂੰ ਅੜਾਣੇ ਪੈਣਗੇ, ਵਿੱਚੋਂ ਕੋਈ 2 ਨੰਬਰ ਹਟਾਣੇ ਪੈਣਗੇ। ਜੇ ਇਹਨਾਂ ਸਾਰਿਆਂ ਦਾ ਜੋੜ 45 ਬਣਦਾ ਤੇ ਮੈਂ ਕੋਈ ਉਹੀ 2 ਨੰਬਰ ਹਟਾਵਾਂ ਜਿਨ੍ਹਾਂ ਦਾ ਜੋੜ 9 ਬਣਦਾ ਹੋਵੇ, ਕਿਉਂਕਿ ਮੈਂ ਜਦੋਂ 45 ਚੋਂ 9 ਮਾਈਨਸ ਕਰਾਂਗੀ ਤਾਂ I will get 36. 36 is again divisible by 9. Clear na? 36 ਕਿਹਨਾਂ divisible by 9. 9 4 the 36. Okay, that means ਧਿਆਨ ਨਾਲ ਸਮਝੋ ਇਹ ਜਿਹੜੇ 9 ਦੀ 9 ਡਿਜਿਟ ਹੈਗੇ ਇਹਨਾਂ ਨੂੰ ਜੋੜ ਕੇ ਬਣਦਾ ਪਿਆ 45। ਮੈਂ ਬਣਾਣਾ 7 ਡਿਜਿਟ ਦਾ ਨੰਬਰ, ਯਾਨੀ ਕਿ ਮੈਂ ਜਿਹੜੇ ਇੱਥੋਂ ਨੰਬਰ ਮਾਈਨਸ ਕਰਾਂ ਉਹ ਕਿਹੜੇ ਮਾਈਨਸ ਕਰਾਂ? ਜਿਨ੍ਹਾਂ ਦਾ ਸਮ ਕੀ ਹੋਵੇ 9। ਕਿਹਦਾ ਸਮ 9 ਹੁੰਦਾ? 1 ਤੇ 8 ਦਾ, 2 ਤੇ 7 ਦਾ, 3 ਤੇ 6 ਦਾ, 4 ਤੇ 5 ਦਾ, ਇਹੀ ਹੁੰਦੇ। ਜਾਂ ਤਾਂ 1 ਤੇ 8 ਮੈਂ ਪਿੱਛੋਂ ਮਾਈਨਸ ਕਰ ਦਵਾਂ, ਇੱਕ ਕੇਸ ਤਾਂ ਆ ਬੰਦਾ ਕਿ ਮੈਂ ਇਹ ਮਾਈਨਸ ਕਰ ਦਵਾਂ ਤਾਂ ਇੱਥੋਂ 7 ਡਿਜਿਟ ਪਿੱਛੇ ਬਚ ਜਾਣਗੇ 1 2 3 4 5 6 7। ਠੀਕ ਆ, ਬਾਕੀ ਪਿਛਲੇ 7। ਕਿਉਂਕਿ ਧਿਆਨ ਦੇਖੋ ਟੋਟਲ 9 ਜਿਹੜੇ ਆ, ਟੋਟਲ ਇਹ ਜਿਹੜੇ 9 ਆ ਉਹਨਾਂ ਦਾ ਸਮ ਤਾਂ 45 ਹੀ ਹੈ ਨਾ। ਉਹਨਾਂ ਵਿੱਚੋਂ ਮੈਂ ਕੋਈ 2 ਕੱਢਨੇ ਆ, ਮੈਂ ਮਾਈਨਸ ਹੀ ਉਹ ਕਰਾਂ ਵਿੱਚੋਂ ਕੋਈ ਨੰਬਰ ਹੀ ਉਹ 2 ਕੱਢਾਂ ਜਿਨ੍ਹਾਂ ਦਾ ਜੋੜ ਹੀ 9 ਬਣਦਾ ਹੋਵੇ, ਤਾਂ ਜਿਹੜੇ ਪਿਛਲੇ ਬਚ ਜਾਣਗੇ ਉਹਨਾਂ ਦਾ ਵੀ ਜਿਹੜਾ ਸਮ ਹੋਏਗਾ ਉਹ ਕਿਹਦੇ ਨਾਲ ਡਿਵਾਈਡ ਹੋਏਗਾ 9 ਨਾਲ। ਦਿਸ ਇਜ਼ ਦਾ ਫੰਡਾ, ਦੇ ਵਿੱਚ ਇਹੀ ਆ ਬਸ। ਯਾਨੀ 1 ਤੇ 8 ਮਾਈਨਸ ਕਰ ਦੂੰਗੀ ਤੇ ਇਹ ਵਾਲਾ ਹੈਗਾ ਜਾਂ 2 7 ਮਾਈਨਸ ਕਰ ਸਕਦੀ ਹੈ। ਇਹਦੀ 7 ਦੀ 1 2 3 4 5 6 7 1 2 3 4 5 6 7 1 2 3 4 5 6 7 ਡਿਜਿਟ ਦੇ ਨੰਬਰ ਵੱਜ ਜਾਣਗੇ। ਓਕੇ, ਕੀ ਤਰੀਕਾ ਇਹਨਾਂ ਨੂੰ ਅਰੇਂਜ ਕਰਨ ਦਾ? ਕੀ ਤਰੀਕਾ ਹੈਗਾ ਆ 7 ਫੈਕਟੋਰੀਅਲ। 7 ਡਿਜਿਟ ਦਾ ਨੰਬਰ ਅਰੇਂਜਮੈਂਟ ਕਿੰਨੇ ਤਰੀਕੇ ਨਾਲ ਕਰ ਸਕਦੀ ਮੈਂ? 7 ਫੈਕਟੋਰੀਅਲ ਨਾਲ। ਇਹ ਸੇਮ ਕਿੰਨੇ ਨਾਲ ਕਰ ਸਕਦੀ 7 ਫੈਕਟੋਰੀਅਲ। ਤਰੀਕਾ ਤਾਂ ਹੀ ਰਹੇਗਾ ਨਾ, ਜਿੰਨੇ ਵੀ ਨੰਬਰ ਹੋਣਗੇ ਇੱਧਰ ਉੱਧਰ ਕਰਨੇ ਆ। ਪਹਿਲੇ ਨੂੰ 7 ਤਰੀਕੇ ਨਾਲ ਕਰ ਸਕਦੀ, ਅਗਲੇ ਨੂੰ 6 ਤਰੀਕਿਆਂ ਨਾਲ, 5 ਨਾਲ, 4 ਨਾਲ, 3 2 1 ਜਿਹੜੇ ਵੀ ਹੋਣਗੇ ਅਰੇਂਜਮੈਂਟਸ ਕਰਨੀ ਆ ਨਾ। ਸੋ ਟੋਟਲ ਕਿੰਨੇ ਹੋ ਗਏ ਸਾਰਿਆਂ ਨੂੰ? ਕੇਸਿਸ ਕਿੰਨੇ ਬਣ ਗਏ? 4। ਯਾਨੀ ਜਾਂ ਤਾਂ ਮੈਂ 1 ਤੇ 8 ਨੂੰ ਪਿੱਛੋਂ ਹਟਾ ਦੇਵਾਂ, ਜਾਂ ਤੇ 2 ਤੇ 7 ਇਹਨੂੰ ਹਟਾ ਦੇਵਾਂ, ਜਾਂ 3 ਤੇ 4 ਨੂੰ, ਜਾਂ 4 ਤੇ 5 ਨੂੰ। ਸੋ ਆਨਸਰ ਵਿਲ ਬੀ 4 ਨਾਲ 7 ਫੈਕਟੋਰੀਅਲ। ਦਿਸ ਵਿਲ ਬੀ ਯੋਰ ਆਨਸਰ ਆਫ ਦਿਸ ਕੁਐਸਚਨ। ਥੋੜਾ ਜਿਹਾ ਟ੍ਰਿਕੀ ਸੀ ਬਟ ਬਹੁਤ ਈਜ਼ੀ ਆ। ਮੈਂ ਇੱਕ ਵਾਰੀ ਫਿਰ ਸਮਝਾ ਦਿੰਦੀ ਆ ਕਿ 1 ਤੋਂ ਲੈ ਕੇ 9 ਤੱਕ ਦਾ ਮੈਂ ਜਿਹੜਾ ਹੈ ਨਾ ਉਹਨਾਂ ਨੂੰ ਯੂਜ਼ ਕਰਨਾ ਸੀ 1 ਤੋਂ 9 ਤੱਕ। ਤੇ ਮੈਂ ਦੇਖਣਾ ਸੀਗਾ ਕਿ ਕਿੰਨੇ ਇਦਾਂ ਦੇ ਨੰਬਰ ਆ ਜਿਨ੍ਹਾਂ ਦਾ ਜਿਹੜੇ ਡਿਵੀਜ਼ੀਬਲ ਬਾਈ 9 ਹੋਣ। ਠੀਕ ਹੈ, ਮੈਨੂੰ ਪਤਾ ਡਿਵੀਜ਼ਿਬਿਲਟੀ ਆਫ 9 ਦਾ ਕੀ ਰੂਲ ਹੁੰਦਾ, ਸਾਰਿਆਂ ਨੂੰ ਸਮ ਕਰਕੇ ਜਿਹੜਾ ਜੋ ਵੀ ਜੋੜ ਬਣਦਾ ਪਿਆ ਦੈਟ ਵਿਲ ਬੀ ਡਿਵੀਜ਼ੀਬਲ ਬਾਈ 9। ਉਹ 9 ਨਾਲ ਡਿਵਾਈਡ ਹੋ ਜਾਵੇ, ਪੂਰੀ ਸੰਖਿਆ ਵੀ ਡਿਵਾਈਡ ਹੋ ਜਾਵੇ 9 ਨਾਲ। 7 ਡਿਜਿਟ ਦੀ ਮੈਂ ਕੋਈ ਸੰਖਿਆ ਬਣਾ ਲਈ, ਮੈਂ ਤਾਂ ਪਹਿਲਾਂ 9 ਨੂੰ ਜੋੜ ਕੇ ਦੇਖ ਲਿਆ 45 ਆ ਗਿਆ। ਮੈਨੂੰ ਪਤਾ ਆਬਵੀਅਸਲੀ ਆ ਜਿੰਨੇ ਵੀ ਡਿਵੀਜ਼ੀਬਲ ਹੁੰਦੇ ਉਹਨਾਂ 'ਚ ਸੇਮ ਡਿਫਰੈਂਸ ਹੁੰਦਾ। ਇਹ ਹੁੰਦੇ 9 ਦੇ ਮਲਟੀਪਲ, ਸਾਰੇ 'ਚ ਡਿਫਰੈਂਸ ਕਿੰਨੇ ਦਾ 9 9 ਦਾ। ਇਹ ਟੋਟਲ ਡਿਫਰੈਂਸ 48 ਦਾ ਬਣਿਆ। ਠੀਕ ਹੈ, 9 ਡਿਜਿਟਸ ਦਾ। ਮੈਂ ਬਣਾਉਣਾ 7 ਡਿਜਿਟ ਦਾ। ਮੈਂ ਪਿੱਛੋਂ 2 ਨੰਬਰ ਹੀ ਉਹ ਹਟਾ ਦਵਾਂ ਜਿਨ੍ਹਾਂ ਦਾ ਜੋੜ ਹੀ 9 ਬਣਦਾ, ਤੇ ਪਿੱਛੇ ਕਿੰਨਾ ਰਹਿ ਜਾਏਗਾ 36। ਸੋ ਮੈਂ ਇਹ ਹਟਾ ਸਕਦੀ, ਇਹ ਵਾਲਾ ਇਹ ਮੈਂ ਦੇਖ ਲਈ ਨਾ ਦੋਨਾਂ ਦਾ ਜੋੜ 9 ਬਣਦਾ, 6 ਤੇ 9 5 4 9 ਇਹ ਹਟਾ ਦਿੱਤੇ। ਤੇ ਪਿੱਛੇ 7 ਡਿਜਿਟ, ਇੱਕ ਤਾਂ ਇਹ ਕੇਸ ਬਣ ਗਿਆ, ਇਹ ਕੇਸ ਇਹ ਕੇਸ ਬਣ ਗਿਆ। ਇਸ ਕੇਸ ਤੋਂ ਜਿਹੜੇ ਵੀ ਪਿੱਛੇ ਰਹਿ ਜਾਣਗੇ 7 ਫੈਕਟੋਰੀਅਲ ਨਾਲ ਅਰੇਂਜ ਕੀਤੇ ਜਾ ਸਕਦੇ। 7 ਡਿਜਿਟ ਦਾ ਨੰਬਰ ਬਣਾਇਆ 7 ਫੈਕਟੋਰੀਅਲ ਨਾਲ ਅਰੇਂਜ ਹੋਣਗੇ। 7 ਫੈਕਟੋਰੀਅਲ ਟੋਟਲ ਜੋੜ ਦੋ ਸਾਰਿਆਂ ਨੂੰ ਕਿੰਨਾ ਆ ਜਾਏਗਾ 4 × 7। ਸੋ ਇਹ ਸੀ ਡਿਜਿਟਸ ਤੇ ਜਿੰਨੇ ਮੈਨੂੰ ਲੱਗਾ ਇਹਦੇ ਵਿੱਚੋਂ ਟਫ ਵੀ ਆ, ਥੋੜੇ ਸਿੰਪਲ ਵੀ ਆ ਕੁਐਸਚਨ। ਬਸ ਇੱਕ ਵੇ ਆ, ਜੇ ਉਹ ਤੁਹਾਨੂੰ ਵੇ ਸਮਝ ਆ ਜਾਂਦਾ ਨਾ ਇਹ ਕੁਐਸਚਨਸ ਔਖੇ ਹੁੰਦੇ। ਠੀਕ ਹੈ।
ਕਰਨ ਦਾ ਤਰੀਕੇ ਨੂੰ ਸਮਝੋ, ਆਰਾਮ ਨਾਲ ਸਮਝੋ।